ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਠ, ਜਿਸ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਜਿੰਨੀਆਂ ਸਿੱਖਿਆਵਾਂ ਨੇ ਉਹ ਸਾਰੀਆਂ ਉਸ ਪਾਠ ਵਿੱਚ ਸਮਾਈਆਂ ਹੋਈਆਂ ਨੇ, ਜਿਸ ਨੂੰ ਆਪਾਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਮੂਲ ਮੰਤਰ ਆਖਦੇ ਹਾਂ। ਮੂਲ ਮੰਤਰ ਦੇ ਅਰਥ ਕਰਨ ਤੋਂ ਪਹਿਲਾਂ ਅੱਜ ਦਾ ਜਿਹੜਾ ਆਪਣਾ ਇਹ ਪਾਠ ਹੈ, ਉਸ ਦਾ ਤੁਸੀਂ ਕਹਿ ਲਓ ਨਾਮ ਇਹ ਹੈ, ਇੱਕ ਓੰਕਾਰ ਤੋਂ ਪਹਿਲਾਂ। ਦਾਸ ਫਿਰ ਦੁਹਰਾ ਦੇਵੇ ਕਿ ਇੱਕ ਓੰਕਾਰ ਇਹ ਮੂਲ ਮੰਤਰ ਦਾ ਪਹਿਲਾ ਸ਼ਬਦ ਹੈ। ਸਿੱਖ ਧਰਮ ਦਾ ਇਹ ਪਹਿਲਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਪਹਿਲਾ ਸ਼ਬਦ ਹੈ। ਇੱਕ ਤੋਂ ਅੱਗੇ ਓੰਕਾਰ, ਇਸ ਤਰ੍ਹਾਂ ਇਹ ਮੂਲ ਮੰਤਰ ਅਤੇ ਸਾਰੀ ਬਾਣੀ ਇੱਥੋਂ ਸ਼ੁਰੂ ਹੁੰਦੀ ਹੈ। ਪਰ ਇਹਦੇ ਅਰਥ ਕਰਨ ਤੋਂ ਪਹਿਲਾਂ ਦਾਸ ਆਪ ਜੀ ਨੂੰ ਇੱਕ ਓੰਕਾਰ ਤੋਂ ਪਹਿਲਾਂ ਦੇ ਸੰਬੰਧ ਵਿੱਚ ਅੱਜ ਕੁਝ ਕਹਿਣ ਲੱਗਾ ਹੈ, ਤੇ ਆਪ ਜੀ ਨੇ ਬੜੇ ਧਿਆਨ ਨਾਲ ਸਰਵਣ ਕਰਨਾ ਕਿ ਜੋ ਆਪਾਂ ਵਿਚਾਰ ਸ਼ੁਰੂ ਕਰਨ ਲੱਗੇ ਹਾਂ, ਇਹ ਉਹ ਵਿਚਾਰ ਹੈ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਆਗਮਨ ਤੋਂ ਪਹਿਲਾਂ ਸੀ। ਦੁਨੀਆ ਵਿੱਚ ਲੋਕ ਜੋ ਇੱਕ ਓੰਕਾਰ ਬਾਰੇ ਸਮਝਦੇ ਸਨ, ਜੋ ਉਹਨਾਂ ਦੇ ਖਿਆਲ ਵਿੱਚ ਓੰਕਾਰ ਕੀ ਹੈ, ਰੱਬ ਕੀ ਹੈ, ਤੇ ਗੁਰੂ ਨਾਨਕ ਦੇਵ ਜੀ ਨੇ ਓੰਕਾਰ ਤੋਂ ਪਹਿਲਾਂ ਇੱਕ ਲਾਇਆ। ਅੱਜ ਆਪਾਂ ਇੱਥੋਂ ਵਿਚਾਰ ਸ਼ੁਰੂ ਕਰਦੇ ਹਾਂ। ਇੱਕ ਓੰਕਾਰ ਤੋਂ ਪਹਿਲਾਂ ਅਰਥ ਕਰਨ ਤੋਂ ਪਹਿਲਾਂ ਪਿਛੋਕੜ ਉੱਤੇ ਇੱਕ ਝਾਤ। ਇਹ ਵਿਚਾਰ ਉਪਨਿਸ਼ਦਾਂ ਤੋਂ ਸ਼ੁਰੂ ਕਰ ਲੱਗੇ ਹਾਂ। ਅੱਜ ਮਹਾਨ ਕੋਸ਼ ਦੇ ਅਨੁਸਾਰ ਉਪਨਿਸ਼ਦ ਦਾ ਅਰਥ ਹੈ ਪਾਸ ਨਿਸ਼ਦ ਦੀ ਕਿਰਿਆ। ਨਿਸ਼ਦ ਦਾ ਅਰਥ ਕੀਤਾ ਹੈ ਬੈਠਣ। ਪਾਸ ਨਿਸ਼ਦ ਦੀ ਕਿਰਿਆ ਦਾ ਅਰਥ ਹੈ ਪਾਸ ਬੈਠਣ ਦੀ ਕਿਰਿਆ। ਗੁਰੂ ਦੇ ਪਾਸ ਉਪਦੇਸ਼ ਸੁਣਨ ਲਈ ਬੈਠਣਾ। ਅੱਗੇ ਮਹਾਨ ਕੋਸ਼ 'ਚ ਲਿਖਿਆ ਹੈ, ਵੇਦ ਬ੍ਰਾਹਮਣਾਂ ਦੇ ਉਹ ਭਾਗ ਜਿਨ੍ਹਾਂ ਵਿੱਚ ਆਤਮ ਵਿਦਿਆ ਦਾ ਨਿਰੂਪਣ ਹੈ। ਇਹਨਾਂ ਗ੍ਰੰਥਾਂ ਦੀ ਗਿਣਤੀ 170 ਹੈ, ਪਰ ਮੁੱਖ 10 ਹਨ। ਉਹਨਾਂ ਦੇ ਨਾਮ ਹਨ ਈਸ਼ਾਵਸਯ, ਕੇਨ, ਕਾਠਵੱਲੀ, ਪ੍ਰਸ਼ਨ। ਇਹ ਪ੍ਰਸ਼ਨ ਨਹੀਂ ਹੈ, ਅਸਲ ਵਿੱਚ ਕੰਪਿਊਟਰ ਵਿੱਚ ਉਹ ਅੱਖਰ ਨਹੀਂ ਜਿਹਦੇ ਕਰਕੇ ਸ਼ੱਸ਼ੇ ਦੇ ਪੈਰਾਂ ਵਿੱਚ ਛੋਟਾ ਨੰਨਾ ਅੱਧਾ ਨੰਨਾ ਪਾ ਸਕੀਏ। ਇਹ ਹੈ ਪ੍ਰਸ਼ਨ। ਮੁੰਡਕ, ਮਾਂਡੂਕਯ, ਤੈਤਿਰੀय,
ਐਤਰੇय, ਛਾਂਦੋग्य ਅਤੇ ਬ੍ਰਿਹਦਾਰਣਯਕ ਇਹ 10 ਮਸ਼ਹੂਰ ਉਪਨਿਸ਼ਦ ਹਨ। ਇਹਨਾਂ ਗ੍ਰੰਥਾਂ ਵਿੱਚ ਓਵੰ ਜਾਂ ਓੰਕਾਰ ਸ਼ਬਦ ਆਇਆ ਹੈ। ਚੇਤੇ ਰੱਖਣਾ, ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਦਾ ਜ਼ਿਕਰ ਕਰਦੇ ਨੇ, ਪਰ ਉਹਨਾਂ ਗ੍ਰੰਥਾਂ ਵਿੱਚ ਓੰਕਾਰ ਦਾ ਜ਼ਿਕਰ ਹੈ, ਇੱਕ ਓੰਕਾਰ ਦਾ ਜ਼ਿਕਰ ਨਹੀਂ। ਤੇ ਓੰਕਾਰ ਸਭ ਤੋਂ ਪਹਿਲਾਂ ਇਹਨਾਂ ਗ੍ਰੰਥਾਂ ਵਿੱਚ ਆਇਆ। ਦਾਸ ਉਹਨਾਂ ਵਿਦਵਾਨਾਂ ਦੀ ਜਿਨ੍ਹਾਂ ਖੋਜ ਕੀਤੀ ਹੈ, ਖੋਜ ਤੇ ਆਧਾਰਿਤ ਜੋ ਮਿਲਿਆ ਉਹ ਹੂਬਹੂ ਆਪ ਜੀ ਦੇ ਸਨਮੁਖ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੋ ਪੰਜਾਬ ਦੀ ਯੂਨੀਵਰਸਿਟੀ ਹੈ, ਉੱਥੋਂ ਛਪੀ ਪੁਸਤਕ ਗੁਰੂ ਗ੍ਰੰਥ ਵਿਸ਼ਵਕੋਸ਼, ਜਿਸ ਵਿੱਚ ਡਾਕਟਰ ਰਤਨ ਸਿੰਘ ਜੱਗੀ ਜੀ ਨੇ ਲਿਖਿਆ ਹੈ, ਓੰਕਾਰ। ਉਹ ਆਪਣੀ ਪੁਸਤਕ ਵਿੱਚ ਓੰਕਾਰ ਬਾਰੇ ਲਿਖਦੇ ਨੇ। ਵੈਦਿਕ ਸਾਹਿਤ ਤੋਂ ਲੈ ਕੇ ਸੰਤ ਸਾਹਿਤ ਤੱਕ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਮਾਂਡੂਕਿਆ ਉਪਨਿਸ਼ਦ ਇੱਕ ਵਿੱਚ ਓੰਕਾਰ ਨੂੰ ਨਿਤ ਵਸਤੂ ਕਹਿ ਕੇ ਇਸ ਨੂੰ ਸਰਵ ਪ੍ਰਕਾਸ਼ਮਈ ਦੱਸਿਆ ਗਿਆ ਹੈ। ਇਹ ਮਾਂਡੂਕਿਆ ਉਪਨਿਸ਼ਦ ਦੀ ਵਿਚਾਰ ਹੈ ਕਿ ਓੰਕਾਰ ਨਿਤ ਵਸਤੂ ਹੈ ਤੇ ਸਰਵ ਪ੍ਰਕਾਸ਼ਮਈ ਹੈ। ਅੱਗੇ ਉਹਦੇ 'ਚ ਲਿਖਿਆ ਹੈ, ਤ੍ਰੈ ਕਾਲ ਤੋਂ ਪਰੇ ਸਤ ਸਰੂਪ ਬ੍ਰਹਮ ਵੀ ਓੰਕਾਰ ਹੀ ਹੈ। ਇਸੇ ਤਰ੍ਹਾਂ ਇੱਕ ਹੋਰ ਉਪਨਿਸ਼ਦ ਹੈ ਜਿਸ ਦਾ ਨਾਮ ਛਾਂਦੋਗਯ। ਛਾਂਦੋਗਯ ਉਪਨਿਸ਼ਦ ਵਿੱਚ ਓੰਕਾਰ ਤੋਂ ਸਾਰੀ ਸ੍ਰਿਸ਼ਟੀ ਦਾ ਵਿਸਤਾਰ ਅਤੇ ਸਰਵ ਵਿਆਪਕ ਮੰਨਿਆ ਗਿਆ ਹੈ। ਇਸ ਤੋਂ ਅੱਗੇ ਸਮਾਂ ਬਦਲਣ ਦੇ ਨਾਲ ਨਾਲ ਸਵਾਰਥੀ ਅਤੇ ਅਗਿਆਨੀ ਲੋਕਾਂ ਨੇ ਆਪਣਾ ਓੰਕਾਰ ਵੀ ਬਦਲ ਲਿਆ। ਕਿਹਨਾਂ ਨੇ? ਸਵਾਰਥੀ ਅਤੇ ਅਗਿਆਨੀ। ਸਵਾਰਥੀ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੈ ਸੱਚਾਈ ਦਾ, ਪਰ ਕਿਸੇ ਸੰਸਾਰਿਕ ਪਦਾਰਥ ਦੇ ਸਵਾਰਥ ਕਰਕੇ ਸੱਚਾਈ ਤੋਂ ਮੂੰਹ ਫੇਰੀ ਰੱਖਣਾ ਜਾਂ ਸੱਚਾਈ ਨਾ ਦੱਸਣੀ। ਤੇ ਅਗਿਆਨੀ ਦਾ ਅਰਥ ਹੁੰਦਾ ਹੈ ਕਿ ਜਿਨ੍ਹਾਂ ਨੂੰ ਪਤਾ ਕੁਝ ਨਹੀਂ ਹੈ, ਉਹ ਕਿਸੇ ਦੇ ਸੁਣੇ ਸੁਣਾਏ ਤੇ ਕਰੀ ਜਾ ਰਹੇ ਨੇ। ਸਮਾਂ ਬਦਲਣ ਦੇ ਨਾਲ ਨਾਲ ਸਵਾਰਥੀ ਅਤੇ ਅਗਿਆਨੀ ਲੋਕਾਂ ਨੇ ਆਪਣਾ ਓੰਕਾਰ ਵੀ ਬਦਲ ਲਿਆ ਅਤੇ ਇੱਕ ਰੱਬ ਦੀ ਥਾਵੇਂ ਤ੍ਰੈ ਦੇਵਾਂ ਨੂੰ ਓੰਕਾਰ ਮੰਨਣਾ ਸ਼ੁਰੂ ਕਰ ਦਿੱਤਾ। ਜੱਗੀ ਜੀ ਦੇ ਸ਼ਬਦਾਂ ਵਿੱਚ, ਭਾਵ ਕਿ ਉਸੇ ਆਪਣੀ ਪੁਸਤਕ ਵਿੱਚ ਗੁਰੂ ਗ੍ਰੰਥ ਵਿਸ਼ਵਕੋਸ਼ ਦੇ ਵਿੱਚ ਡਾਕਟਰ ਰਤਨ ਸਿੰਘ ਜੀ ਜੱਗੀ ਅੱਗੇ ਲਿਖਦੇ ਨੇ, 3 ਵਰਣਾ ਦਾ ਭਾਵ ਅੱਖਰ,
ਤਿੰਨ ਵਰਣਾ ਆਕਾਰ ਉਕਾਰ ਮਕਾਰ ਨਾਲ ਬਣੇ ਹੋਣ ਕਾਰਨ ਕਾਲਾਂਤਰ ਵਿੱਚ ਇਸ ਨੂੰ ਸਗੁਣ ਭਾਵਨਾ, ਇਸ ਨਾਲ ਸਗੁਣ ਭਾਵਨਾ ਜੋੜ ਦਿੱਤੀ ਗਈ। ਜੱਗੀ ਜੀ ਦੇ ਕਹਿਣ ਦਾ ਭਾਵ ਹੈ, ਕਾਲਾਂਤਰ ਦਾ ਭਾਵ ਹੈ ਕਿ ਸਮੇਂ ਦੇ ਫੇਰ ਨਾਲ ਇਹ ਜਿਹੜੇ ਤਿੰਨ ਅੱਖਰ ਨੇ ਆਕਾਰ ਉਕਾਰ ਤੇ ਮਕਾਰ, ਇਹਦੇ ਨਾਲ ਸਗੁਣ ਭਾਵਨਾ ਜੋੜ ਦਿੱਤੀ ਗਈ। ਭਾਵ ਕਿ ਨਿਰਆਕਾਰ ਓੰਕਾਰ ਦੀ ਥਾਂ ਤੇ, ਨਿਰਆਕਾਰ ਦੀ ਥਾਂ ਤੇ ਉਹਨਾਂ ਨੇ ਕੁਝ ਮਿੱਥੇ ਹੋਏ ਦੇਵਤੇ ਇਹਦੇ ਨਾਲ ਜੋੜ ਦਿੱਤੇ ਗਏ। ਤੇ ਫਿਰ ਕੀ ਹੋਇਆ, ਅੱਗੇ ਲਿਖਦੇ ਨੇ ਜੱਗੀ ਜੀ, ਇਸ ਦੀ ਵਿਆਖਿਆ ਕਰਦਿਆਂ ਆਕਾਰ ਨੂੰ ਵਿਸ਼ਨੂੰ, ਉਕਾਰ ਨੂੰ ਮਹੇਸ਼ ਅਤੇ ਮਕਾਰ ਨੂੰ ਬ੍ਰਹਮਾ ਦਾ ਬੋਧਕ ਮੰਨ ਕੇ ਸਮੁੱਚੇ ਤੌਰ ਤੇ ਇਸ ਨੂੰ ਤ੍ਰੈ ਦੇਵਾਂ ਦਾ ਪ੍ਰਤੀਕ ਸਿੱਧ ਕੀਤਾ ਜਾਣ ਲੱਗਿਆ। ਜੱਗੀ ਜੀ ਲਿਖਦੇ ਪਏ ਨੇ ਖੋਜ ਕਰਕੇ ਕਿ ਲੋਕਾਂ ਨੇ ਉਸ ਨਿਰਆਕਾਰ ਪਰਮਾਤਮਾ ਦੀ ਥਾਵੇਂ ਇਹ ਜੋ ਉਹਨਾਂ ਦੇ ਮਿੱਥੇ ਹੋਏ ਤਿੰਨ ਦੇਵਤੇ ਵਿਸ਼ਨੂੰ, ਬ੍ਰਹਮਾ ਤੇ ਮਹੇਸ਼, ਇਹਨਾਂ ਨੂੰ ਓੰਕਾਰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਓੰਕਾਰ ਨੇ, ਜਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਓੰਕਾਰ ਦਾ ਅਰਥ ਇਹ ਤਿੰਨ ਦੇਵਤੇ ਨੇ, ਇਹੋ ਦੁਨੀਆ ਨੂੰ ਬਣਾਉਣ ਵਾਲੇ, ਦੁਨੀਆ ਨੂੰ ਰਿਜ਼ਕ ਰੋਟੀ ਦੇਣ ਵਾਲੇ ਅਤੇ ਸੰਘਾਰਨ ਵਾਲੇ ਹਨ। ਮਤਲਬ ਸਮਾਂ ਪਾ ਕੇ ਓੰਕਾਰ ਨੂੰ ਤਿੰਨ ਦੇਵਤਿਆਂ ਨਾਲ ਜੋੜ ਦਿੱਤਾ, ਜਾਂ ਇੰਜ ਕਹਿ ਲਈਏ ਆਪਾਂ ਆਪਣੇ ਸ਼ਬਦਾਂ ਵਿੱਚ ਕਿ ਲੋਕਾਂ ਨੇ ਜੋ ਓੰਕਾਰ ਦਾ ਅਰਥ ਪਰਮਾਤਮਾ ਦੀ ਥਾਂ ਤੇ, ਨਿਰਆਕਾਰ ਦੀ ਥਾਂ ਤੇ ਤਿੰਨ ਦੇਵਤੇ ਕਰਨਾ ਸ਼ੁਰੂ ਕਰ ਦਿੱਤਾ। ਦਾਸ ਇਸ ਲਈ ਇੱਥੇ ਜ਼ਿਕਰ ਕਰ ਰਿਹਾ ਹੈ ਕਿਉਂਕਿ ਸਾਡੇ ਕੁਝ ਵੀਰਾਂ ਨੇ ਆਪਣੇ ਇੱਕ ਓੰਕਾਰ ਦੀ ਕਥਾ ਵਿੱਚ ਜ਼ਿਕਰ ਕੀਤਾ ਹੈ ਕਿ ਓੰਕਾਰ ਦਾ ਅਰਥ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਤਿੰਨ ਦੇਵਤੇ ਹੈ। ਪਰ ਚੇਤੇ ਰੱਖਣਾ, ਇਹ ਗੱਲ ਜਿਹੜੀ ਹੈ ਕਿ ਓੰਕਾਰ ਦਾ ਅਰਥ ਬ੍ਰਹਮਾ, ਵਿਸ਼ਨੂੰ ਜਾਂ ਮਹੇਸ਼ ਹੈ, ਇਹ ਪੁਰਾਤਨ ਲੋਕਾਂ ਦੀ ਵਿਚਾਰ ਹੈ, ਨਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ। ਇਸ ਤੋਂ ਅੱਗੇ ਆਪਾਂ ਹੋਰ ਚੱਲਣਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮਾਂ ਆਇਆ। ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ 1469 ਵਿੱਚ ਹੋਇਆ ਤੇ ਉਹਨਾਂ ਦੇ ਪ੍ਰਕਾਸ਼ ਤੱਕ ਬਹੁਤ ਸਾਰੀ ਲੋਕਾਈ ਨੇ ਮਨੋਕਲਪਤ ਸ਼ਕਤੀਆਂ ਨੂੰ ਓੰਕਾਰ ਆਖਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਦੇਵ ਜੀ ਦੇ ਵੇਲੇ ਤੱਕ ਮਹਾਨ ਕੋਸ਼ ਵਿੱਚ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਜੀ ਲਿਖਦੇ ਨੇ, ਜਦੋਂ ਦੇਖੀਏ ਉਹਨਾਂ ਦਾ ਉਹ ਗ੍ਰੰਥ ਤੇ ਜਿੱਥੇ ਓੰਕਾਰ ਆਉਂਦਾ ਉੱਥੇ ਉਹ ਓੰਕਾਰ ਦਾ ਇਹ ਵੀ ਅਰਥ ਕਰਦੇ ਨੇ ਕਿ ਮੱਧ ਭਾਰਤ ਦੇ ਜ਼ਿਲ੍ਹੇ ਨਿਮਾੜ ਵਿੱਚ ਨਰਮਦਾ ਨਦੀ ਦੇ ਮਾਂ ਧਾਤਾ ਟਾਪੂ ਵਿੱਚ ਉਸ ਨਾਂ ਦਾ ਵੱਡਾ ਪ੍ਰਸਿੱਧ ਹਿੰਦੂ ਮੰਦਰ ਹੈ। ਭਾਵ ਕਿ ਨਰਮਦਾ ਨਦੀ ਦੇ ਕੰਢੇ ਉੱਤੇ ਜਿਹੜਾ ਮਾਂ ਧਾਤਾ ਟਾਪੂ ਹੈ, ਉੱਥੇ ਇੱਕ ਹਿੰਦੂ ਮੰਦਰ ਹੈ। ਉਸ ਹਿੰਦੂ ਮੰਦਰ ਦਾ ਨਾਮ ਉਹਨਾਂ ਨੇ ਓੰਕਾਰ ਰੱਖਿਆ ਹੋਇਆ ਹੈ। ਦਾਸ ਨੇ ਆਪ ਇਹ ਇੱਕ YouTube ਉੱਤੇ ਪਈ ਹੋਈ ਮੂਵੀ ਵਿੱਚ ਵੇਖਿਆ ਕਿ ਉਹ ਅੱਜ ਉਹਦਾ ਨਾਮ ਓਂਕਾਰੇਸ਼ਵਰ ਰੱਖਿਆ ਹੋਇਆ ਹੈ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ। ਹੌਲੀ ਹੌਲੀ ਤ੍ਰੈ ਦੇਵਾਂ ਦੀ ਥਾਂ ਇਕੱਲੀ ਸ਼ਿਵ ਮੂਰਤੀ ਨੇ ਲੈ ਲਈ। ਜਿਹੜੇ ਤਿੰਨ ਦੇਵਤੇ ਸੀ ਬ੍ਰਹਮਾ, ਵਿਸ਼ਨੂੰ, ਮਹੇਸ਼,
ਉਹਦੀ ਥਾਂ ਤੇ ਜੋ शिव जी ਦੀ ਮੂਰਤੀ ਹੈ ਉਸ ਨੂੰ ਓੰਕਾਰ ਕਹਿਣਾ ਸ਼ੁਰੂ ਕਰ ਦਿੱਤਾ। ਭੁੱਲੜ ਲੋਕਾਂ ਨੇ ਉਸੇ ਹੀ ਪੱਥਰ ਦੀ ਨਿਰਜਿੰਦ ਮੂਰਤੀ ਨੂੰ ਓੰਕਾਰ ਮੰਨ ਲਿਆ। श्री गुरु नानक देव जी की उचारी हुई एक बाणी जिसका नाम ओंकार है, एक बाणी जिसका नाम ओंकार है, बाणी का नाम है। ये गुरु ग्रंथ साहब जी के पन्ना 929 उत्ते है। जद इस बाणी की व्याख्या महान विद्वान सत्कारयोग प्रोफैसर साहिब सिंह जी ने व्याख्या की ते ओ लिखते ने उस बाणी की व्याख्या वेले, पहली उदासी विच गुरु नानक देव जी जदों संगला दीप तो मुड़ के सोमनाथ द्वारका हुंदे होए दरिया नर्मदा दे कंढे कंढे उस थां अपड़े जिथे ओंकार दा मंदिर है, उन्हां वेख्या कि लोक मंदिर विच थापी हुई शिव मूर्ति नूं ओंकार मिथ के पूजा करते हैं। प्रोफैसर साहिब सिंह जी दे लिखे हुए हूबहू शब्द ने कि लोग शिव दी बनी हुई मूर्ति नूं ओंकार कह रहे हैं। भाव के लोकां ने अपनी दृष्टि विच जो ओंकार है उन्हां दी दृष्टि विच ओ शिव दी मूर्ति ओंकार है। अगे लिखते ने मंदिर दी पाठशाला दे चाटड़े पट्टियां उत्ते, पट्टियां भाव तख्तियां उत्ते ओं नमः लिखदे लिखांदे हन, पर ओ भी उस शिव मूर्ति नूं ही ओं समझ रहे हैं। भावें लिखिया गया ओं नमः, इहदा अर्थ है ओं नूं नमस्कार, पर इहदा अर्थ ओ शिव दी मूर्ति करते हैं। जिहड़ी गल दास ने आप वेखी है वो तुसी भी यूट्यूब उत्ते ओमकारेश्वर पाओगे ते तुसी वेख सकते हो। की वेखोगे? अज त्रै देवां अते शिव मूर्ति दी थावें, मैं फिर थोड़ा जिहा संखेप विच दोहरा लवां कि उपनिषदां विच ओंकार एक ऐसी हस्ती नूं मन्निया गया जो त्रै काल तो परे है। फिर हौली हौली उस ओंकार दा अर्थ तीन देवते ब्रह्मा विष्णु ते महेश करना शुरू कर दिता। हौली हौली शिव मूर्ति नूं ओंकार आखना शुरू कर दिता। पर अज उत्थे की है जिसनों ओंकारेश्वर आख्या जाता है, जिस मंदिर नूं ओंकारेश्वर दा मंदिर आख्या जाता है, उहदे विच कोई भी वेख सकता है शिवलिंग की स्थापना की हुई है और उसे नूं ओंकारेश्वर आख्या जाता है। ये दास ने अखां दे नाल वेख्या भी है उस एक मूवी नूं जिहड़ी किसी हिंदू श्रद्धालु ने बनवाई और उस दे बनाने वाली टी सीरीज़ वड्डी कंपनी है इंडिया दी, उन्हें बनाई है और उहदे विच कमेंटरी भी है और बहुत सारे तीर्थां दे जिक्र करदिआं उस ओंकारेश्वर नूं भी विखाया गया है। ते आपां सामने वेख भी रहे हैं कि ये लिखिया भी होया है गुरु ग्रंथ विश्वकोश अनुसार। जो गुरु ग्रंथ विश्वकोश ग्रंथ है ये दो हिस्सों में
छपिया। ਉਹਦੇ ਵਿੱਚ ਡਾਕਟਰ ਰਤਨ ਸਿੰਘ ਜੱਗੀ ਜੀ ਇਸੇ ਓਵੰਕਾਰ ਵਾਲੀ ਥਾਂ ਤੇ ਲਿਖਦੇ ਨੇ, ਓਵੰਕਾਰ ਤੀਰਥ ਸਲੈਸ਼ ਪਾ ਕੇ ਮੰਦਿਰ, ਉਹ ਲਿਖਦੇ ਨੇ ਇਹ ਸ਼ੈਵ ਮਤ ਦਾ ਇੱਕ ਪ੍ਰਸਿੱਧ ਤੀਰਥ ਹੈ। ਸ਼ੈਵ ਮਤ ਦਾ ਮਤਲਬ ਹੈ ਸ਼ਿਵ ਮਤ। ਸ਼ੈਵ ਮਤ ਦਾ ਇੱਕ ਪ੍ਰਸਿੱਧ ਤੀਰਥ ਹੈ। ਕਪਿਲ ਤੰਤਰ ਵਿੱਚ ਇਸ ਦੀ ਗਿਣਤੀ 68 ਤੀਰਥਾਂ ਵਿੱਚ ਕੀਤੀ ਗਈ ਹੈ। ਸ਼ੈਵ ਮਤ ਦਾ ਜਿਹੜਾ ਮੰਦਰ ਹੈ ਇਹ 68 ਤੀਰਥਾਂ ਵਿੱਚ ਗਿਣਿਆ ਹੋਇਆ ਹੈ। ਇਹ ਮੱਧ ਭਾਰਤ ਦੇ ਨਿਮਾੜ ਜ਼ਿਲ੍ਹੇ ਅੰਦਰ ਨਰਮਦਾ ਨਦੀ ਵਿੱਚ ਮਾਧਾਂਤਾ ਟਾਪੂ ਉੱਪਰ ਸਥਿਤ ਹੈ। ਅੱਗੇ ਹੋਰ ਵੀ ਕੁਝ ਲਿਖਿਆ ਹੋਇਆ ਹੈ, ਪਰ ਦਾਸ ਉਹ ਸਾਰਾ ਕੁਝ ਇੱਥੇ ਨਹੀਂ ਲਿਆ ਸਕਿਆ ਸੰਖੇਪ ਕਰਨ ਲਈ। ਅੱਗੇ ਜੱਗੀ ਜੀ ਲਿਖਦੇ ਨੇ ਕਿ ਸ਼ਿਵ ਦੇ 12 ਜੋਤਿਰਲਿੰਗਾਂ ਵਿੱਚੋਂ ਓਅੰਕਾਰੇਸ਼ਵਰ ਦੀ ਸਥਾਪਨਾ ਇਸ ਤੀਰਥ ਵਿੱਚ ਹੋਈ ਦੱਸੀ ਜਾਂਦੀ ਹੈ। ਦਾਸ ਨਿਰਸੰਕੋਚ ਇਹ ਸ਼ਬਦ ਬੋਲ ਰਿਹਾ ਹੈ, ਕਿਉਂਕਿ ਸੰਕੋਚ ਕਰਨ ਦੇ ਨਾਲ ਜੋ ਸਹੀ ਹੈ, ਅਸਲੀਅਤ ਹੈ, ਉਹ ਸਾਹਮਣੇ ਨਹੀਂ ਲਿਆਈ ਜਾਵੇਗੀ। ਇਹ ਲਫ਼ਜ਼ ਦੁਬਾਰਾ ਦੁਹਰਾਉਣ ਵਾਲੇ ਨੇ ਕਿ ਸ਼ਿਵ ਦੇ 12 ਜੋਤਿਰਲਿੰਗਾਂ ਵਿੱਚੋਂ ਓਅੰਕਾਰੇਸ਼ਵਰ ਦੀ ਸਥਾਪਨਾ ਇਸ ਤੀਰਥ ਵਿੱਚ ਹੋਈ ਦੱਸੀ ਜਾਂਦੀ ਹੈ। ਔਰ ਇਸ ਮੂਵੀ ਨੂੰ ਤੁਸੀਂ ਵੇਖ ਸਕਦੇ ਹੋ YouTube ਉੱਤੇ। ਇੱਥੇ ਅਮਲੇਸ਼ਵਰ ਨਾਂ ਦਾ ਇੱਕ ਹੋਰ ਸ਼ਿਵਲਿੰਗ ਵੀ ਹੈ। ਇਸ ਤੋਂ ਅੱਗੇ ਇਹਦਾ ਭਾਵ ਇਹ ਹੈ ਕਿ ਸ਼ਿਵ ਮਤ ਦੇ ਪੁਜਾਰੀ ਸ਼ਿਵਲਿੰਗ ਨੂੰ ਹੀ ਓਅੰਕਾਰ ਸਮਝਦੇ ਹਨ। ਦਾਸ ਥੋੜਾ ਜਿਹਾ ਹੋਰ ਅੱਗੇ ਜਾਵੇਗਾ। ਨਿਰੰਕਾਰ ਕਰਤਾ ਪੁਰਖ ਨਾਲ ਜੋੜਨ ਦੀ ਥਾਵੇਂ ਸ਼ਿਵਲਿੰਗ ਦੀ ਪੂਜਾ ਨਾਲ ਕੌਣ ਜੋੜਦਾ ਹੈ? ਇਹ ਗੱਲ ਕਿੱਥੋਂ ਆਈ? ਇਹਦਾ ਸਰੋਤ ਕੀ ਹੈ? ਦਾਸ ਨੇ ਜੋ ਆਪ ਪੜ੍ਹਿਆ ਹੈ ਉਸ ਵਿੱਚੋਂ ਬਿਲਕੁਲ ਟੂਕ ਮਾਤਰ ਹੂ ਬਹੂ ਅੱਗੇ ਦਿੱਤਾ ਹੈ। ਔਰ ਇਹ ਜੋ ਦਾਸ ਅੱਗੇ ਆਪ ਜੀ ਨੂੰ ਦਿਖਾ ਰਿਹਾ ਹੈ, ਇਹ ਕਿਸੇ ਪੁਸਤਕ ਵਿੱਚੋਂ ਨਹੀਂ ਲਿਆ, ਬਲਕਿ ਤੁਸੀਂ ਵੀ ਆਨਲਾਈਨ ਜਾ ਕੇ ਵੇਦ ਪੁਰਾਣ ਤੇ ਜਾ ਕੇ ਜਦੋਂ ਖੋਜ ਕਰੋਗੇ ਤੇ ਹਿੰਦੂ ਮਤ ਦੇ 18 ਪੁਰਾਣ ਨੇ, ਉਹਨਾਂ ਵਿੱਚੋਂ ਇੱਕ ਦਾ ਨਾਮ ਸਕੰਦ ਮਹਾਪੁਰਾਣ ਹੈ, ਜਿਹਦੇ ਵਿੱਚ ਇਸ ਸ਼ਿਵਲਿੰਗ ਦੀ ਪੂਜਾ ਦੀ ਬੜੀ ਵੱਡੀ ਮਹਾਨਤਾ ਦੱਸੀ ਹੈ। ਦਾਸ ਉਹ ਅੱਖਰ ਵੀ ਆਪ ਜੀ ਨੂੰ ਹੂ ਬਹੂ ਦੱਸ ਰਿਹਾ ਹੈ ਤੇ ਆਪ ਜੀ ਉਹਨੂੰ ਖੁਦ ਪੜ੍ਹ ਸਕਦੇ ਹੋ। ਇਹ ਸਕੰਦ ਮਹਾਪੁਰਾਣ ਹੈ ਤੇ ਉਹਦੇ ਹਿੰਦੀ ਵਿੱਚ ਜਿਹੜੇ ਅਰਥ ਕੀਤੇ ਨੇ, ਦਾਸ ਉਹ ਕਹਿ ਕੇ ਇਹ ਅੱਜ ਦੇ ਇਸ ਜੋ ਇਹ ਵਿਚਾਰ ਹੈ ਅੱਜ ਦੀ, ਇਹਨੂੰ ਸਮਾਪਤ ਕਰੇਗਾ, ਕਿਉਂਕਿ ਇਸ ਤੋਂ ਅੱਗੇ ਆਪਾਂ ਇੱਕ ਓਅੰਕਾਰ ਦੇ ਵਿਚਾਰ ਸ਼ੁਰੂ ਕਰਨੀ ਹੈ। ਫਿਰ ਆਪ ਜੀ ਨੋਟ ਕਰ ਲੈਣਾ, 18 ਪੁਰਾਣਾਂ ਵਿੱਚੋਂ ਇੱਕ ਦਾ ਨਾਮ ਹੈ ਸਕੰਦ ਮਹਾਪੁਰਾਣ। ਉਹਦੇ ਪੰਨਾ 17 ਉੱਤੇ ਹਿੰਦੀ ਵਿੱਚ ਉਹਦੀ ट्रांसलेशन करदियां ਉਹਦੇ अर्थ करदियां इंज लिखिया होया है, शिव यह 2 अक्षरों का नाम महापातकों का नाश करने वाला है। आगे लिखिया है, मनुष्य निष्काम हो या सकाम, सबको भगवान सदा शिव की आराधना करनी चाहिए। सबको भगवान सदा शिव की आराधना करनी चाहिए।
ਅੱਗੇ ਉੱਥੇ ਇੱਕ ਉਹਦੇ ਵਿੱਚ ਪਾਠ ਹੈ, उस पाठ का टाइटल है, हैडिंग है, नंबर नहीं दिता पाठ का। हैडिंग ये है, शिवलिंग पूजन की महिमा तथा रावण के उत्कर्ष और पतन का वृत्तांत। उत्कर्ष ਉਹਦੇ ਵਿੱਚ ਅੱਧਾ ਰਾਰਾ ਉੱਤੇ ਪਾਇਆ ਹੋਇਆ ਹੈ, ਦਾਸ ਕੋਲ ਕੰਪਿਊਟਰ ਵਿੱਚ ਅੱਧਾ ਰਾਰਾ ਨਾ ਹੋਣ ਕਰਕੇ ਪੂਰਾ ਪਾਇਆ ਹੋਇਆ ਹੈ। एक उचेचे तौर पर पूरा पाठ है और वो की लिखा होया है, पीठ का भगवान विष्णु का रूप है। जो शिवलिंग की मूर्ति है, उस मूर्ति के हेठा जड़ा आधार बेस है ਉਹਦੇ ਵਿੱਚ लिखिया है कि भगवान विष्णु का रूप है पीठ का, और उस पर स्थापित लिंग महेश्वर स्वरूप है। उस पर स्थापित लिंग महेश्वर स्वरूप है। आगे लिखे है, अतः शिवलिंग का पूजन सबके लिए श्रेष्ठ है। ये दास विचों सिर्फ 94 पंक्तियां ਇਹਦੇ ਵਿੱਚ ਲਿਖੀਆਂ ਨੇ। अतः शिवलिंग का पूजन सबके लिए श्रेष्ठ है, ਉਹਦੇ ਵਿੱਚ ਇਹ ਵੀ ਲਿਖਿਆ है। ਅੱਗੇ ਕੀ ਲਿਖਿਆ है, अति भीषण महाबली रावण कुंभकर्ण ये सर्वदा शिवलिंग का अर्चन करके उच्च कोटि की सिद्धि को प्राप्त हुए हैं। स्कंद पुराण दे विच पन्ना 17 दे विच ये लिखिया होया है। अगे उसे ग्रंथ विच पन्ना 18 दी पंक्ति है, इस प्रकार शिवलिंग की पूजा के प्रसाद से रावण ने तीनों लोकों को वश में कर लिया। अगे स्कंद पुराण दे पन्ना 19 उत्ते लिखिया है, जो नित्य द्वादश ज्योतिर्लिंगों में से किसी भी, भाव के कोई भी होवे, किसी भी ज्योतिर्लिंगों में से किसी भी स्वरूप भगवान शिव की पूजा करते हैं, अतः संपूर्ण देहधारियों के लिए शिवलिंग का पूजन कल्याणकारी है। स्कंद पुराण विच ये गल लिखी हुई है, अतः संपूर्ण देहधारियों के लिए शिवलिंग का पूजन कल्याणकारी है। भगवान शिव लिंग रूप में प्रकट होकर चराचर जगत का उदार करते हैं। उन्हां दी दृष्टि विच स्कंद पुराण विच लिखिया होया है। अगे उसे ग्रंथ विच पन्ना 103 उत्ते लिखिया है, कुमार का अनुताप भगवान विष्णु का उन्हें समझाना तथा उनकी सम्मति से स्कंद द्वारा 3 शिवलिंगों की स्थापना और भगवान शिव का वरदान। इस तो अगे दास ने जरूरत नहीं समझी कि ये पता लग गया कि एक ओवंग, क्षमा करना, ये पता लग गया कि ओंकार का अर्थ ये लोक 3 देवतियां दे नाल, फिर शिव की मूर्ति नाल ते फिर शिवलिंग नाल जोड़ रहे ने। इन्हां नूं ये कौन पढ़ांदा है? इस स्कंद पुराण विच लिखिया होया है। जद जगत गुरु नानक देव जी, जद जगत गुरु गुरु नानक देव जी 1469 विच इस दुनिया ते आए। श्री गुरु नानक देव जी, उन्हां दा प्रकाश 1469 दे विच होया। पंजाब दी धरती उत्ते ते गुरु नानक देव जी ने पंजाब दे लोकां नूं देव पूजा, देवी पूजा, मूर्ति पूजा
ਤੇ ਇਹੋ ਜੀ ਜਿਹਨੂੰ ਦਾਸ ਦੁਬਾਰਾ ਇਹੋ ਜਿਹੇ ਲਫ਼ਜ਼ਾਂ ਨੂੰ ਨਹੀਂ ਵਰਤੇਗਾ, ਇਹੋ ਜਿਹੀ ਥਾਂ ਤੋਂ ਮਨੁੱਖ ਨੂੰ ਕੱਢ ਕੇ ਤੇ ਫਿਰ ਮੇਰੇ ਪਾਤਸ਼ਾਹ ਜੀ ਨੇ ਪੂਰੀ ਦੁਨੀਆ ਨੂੰ ਦੱਸਿਆ ਕਿ ਜਿਹੜਾ ਓੰਕਾਰ ਹੈ और कोई देवी देवता ਜਾਂ मूर्ति नहीं, बल्कि ਜਿਹੜਾ ओंकार है वो एक है। ਤੇ ਇਸ ਤੋਂ ਅੱਗੇ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਤੇ ਇਸ ਤੋਂ ਅੱਗੇ ਆਪਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦੁਨੀਆ ਦਾ ਜੋ ਕਰਤਾ ਹੈ, ਦੁਨੀਆ ਦਾ ਧਰਤਾ ਹੈ, ਹਰਤਾ ਹੈ, ਉਸ परमात्मा ਦੇ ਸੰਬੰਧ ਵਿੱਚ ਜੋ ਬਚਨ ਕੀਤੇ ਨੇ ਕਿ ਓੰਕਾਰ ਕਿਹਨੂੰ ਕਹਿੰਦੇ ਨੇ, ਓੰਕਾਰ ਕੌਣ ਹੈ। ਇਹ ਵਿਚਾਰ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨ ਵਿਚਾਰ ਮੂਲ ਮੰਤਰ ਵਿੱਚ ਸਮਾਈ ਹੋਈ ਹੈ। ਤੇ ਇਸ ਤੋਂ ਅੱਗੇ ਆਪਾਂ ਇੱਥੋਂ ਇੱਕ ਓੰਕਾਰ ਤੋਂ ਸ਼ੁਰੂ ਕਰਾਂਗੇ। ਤੇ ਪਿਛਲੀ ਵਿਚਾਰ ਜੋ ਅੱਜ ਆਪਾਂ ਕੀਤੀ ਹੈ, ਇਹਦਾ ਮਕਸਦ ਸਿਰਫ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਦ੍ਰਿਸ਼ਟੀ ਵਿੱਚ ਓੰਕਾਰ ਕੌਣ ਹੈ ਤੇ ਸਨਾਤਨੀ ਲੋਕ, ਪੱਥਰਾਂ ਨੂੰ ਪੂਜਣ ਵਾਲੇ, ਇਹਨਾਂ ਲੋਕਾਂ ਦੀ ਦ੍ਰਿਸ਼ਟੀ ਵਿੱਚ ਓੰਕਾਰ ਕੌਣ ਹੈ। ਤੇ ਮੇਰੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਤੇ ਹੁਣ ਆਪਾਂ ਇਸ ਤੋਂ ਅਗਲੀ ਜਿਹੜੀ ਵਿਚਾਰ ਹੈ ਉਹ ਇੱਥੋਂ ਸ਼ੁਰੂ ਕਰਾਂਗੇ ਕਿ ਇੱਕ ਓੰਕਾਰ, ਇਹਦੇ ਗੁਰਦੇਵ ਜੀ ਅਰਥ ਕੀ ਕਰਦੇ ਨੇ, ਕੀ ਸਮਝਾਉਂਦੇ ਨੇ। ਪਿਛਲੀ ਵਿਚਾਰ ਕਰਦਿਆਂ ਕੋਈ ਗੱਲਬਾਤ ਵੱਧ ਘੱਟ ਹੋ ਗਈ ਹੋਵੇ ਤੇ ਆਪ ਜੀ ਉਸ ਨੂੰ ਸੁਧਾਰ ਲੈਣਾ। ਦਾਸ ਦਾ ਇਸ ਤਰ੍ਹਾਂ ਆਪ ਜੀ ਦੇ ਸਨਮੁਖ ਇਸ ਵਿਚਾਰ ਨੂੰ ਰੱਖਣ ਦਾ ਮਕਸਦ ਸਿਰਫ ਇੱਕੋ ਹੀ ਹੈ ਕਿ ਜਿਸ ਪਾਵਨ ਸ਼ਬਦ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਾਂ ਨੂੰ ਜੋੜਿਆ, ਆਪਾਂ ਉਸ ਪਾਵਨ ਸ਼ਬਦ ਨਾਲ ਜੁੜੀਏ, ਪੂਰੀ ਦੁਨੀਆ ਜੁੜੇ ਤੇ ਆਪਾਂ ਜੁੜ ਕੇ ਆਪਣੇ ਜੀਵਨ ਨੂੰ ਸੁਧਾਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।